ਗੁਰ ਨਾਨਕ ਜਿਨ ਸੁਨਿਆ ਪੇਖਿਆ, ਸੇ ਫੇਰ ਗਰਭਾਸ ਨਾ ਭਰਿਆ ਰੇ। ਵਾਹਿਗੁਰੂ ਜੀ। ਗੌੜੀ ਮਹੱਲਾ ਨੌਵਾਂ। ਕੋ ਮਾਈ ਭੁਲਿਓ ਮਨ ਸਮਝਾਵੈ, ਵੇਦ ਪੁਰਾਨ ਸਾਧ ਮਗ ਸੁਨ ਕਰ, ਨਿਮਖ ਨ ਹਰ ਗੁਣ ਗਾਵੈ ਰਹਾਉ। ਦੁਰਲਭ ਦੇ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵੈ। ਮਹਾ ਮਾਇਆ ਮੋਹ ਮਹਾ ਸੰਕਟ ਬਨ, ਤਾਂ ਸਿਉ ਰੁਚ ਉਪਜਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਂ ਸਿਉ ਨੇ ਨ ਲਾਵੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਜਿਹ ਘਟ ਰਾਮ ਸਮਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਂ ਸਿਉ ਨੇ ਨ ਲਾਵੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਜਿਹ ਘਟ ਰਾਮ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਿਆਰ ਭਰੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਬਹੁਤ ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਬੈਠ ਜੀਵਨ ਦਾ ਲਾਹਾ ਲੈ ਰਹੇ ਹੋ। ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਅੱਜ ਇਸ ਮਨ ਦੀ ਗੱਲ ਸਾਡੇ ਨਾਲ ਸਾਂਝੀ ਕਰਦੇ ਆ। ਦੁਨੀਆ 'ਚ ਰਹਿਣ ਵਾਲੇ ਹਰ ਇੱਕ ਮਨੁੱਖ ਦੀ ਇੱਕ ਬੜੀ ਵੱਡੀ ਸ਼ਿਕਾਇਤ ਆ, ਮਨ ਨਹੀਂ ਟਿਕਦਾ। ਇਹ ਸੱਚਾਈ ਆ। ਬੰਦਾ ਬੁਢੇਪੇ ਵਿੱਚ ਚਲਿਆ ਜਾਂਦਾ, ਪਰ ਇਸ ਮਨ ਦਾ ਵਾਸ਼ਨਾਵਾਂ ਨਾਲੋਂ ਤਾਲਮੇਲ ਆ ਜਿਹੜਾ ਟੁੱਟਦਾ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬਲਕਿ ਜਿਵੇਂ ਜਿਵੇਂ ਬੁਢੇਪਾ ਵੱਧਦਾ ਤਿਵੇਂ ਤਿਵੇਂ ਵਾਸ਼ਨਾਵਾਂ ਵੱਧਦੀਆਂ ਨੇ। ਇੱਥੇ 80 ਸਾਲ ਦਾ ਬਾਬਾ ਵੀ ਇਹ ਗੱਲ ਕਹਿੰਦਾ ਵੀ ਮਨ ਨਹੀਂ ਟਿਕਦਾ। ਇੱਥੇ 40 ਸਾਲ ਦਾ ਨੌਜਵਾਨ ਵੀ ਕਹਿੰਦਾ ਮਨ ਨਹੀਂ ਟਿਕਦਾ। ਬੜੀ ਵੱਡੀ ਪ੍ਰੋਬਲਮ ਆ ਇਹ ਮਨੁੱਖੀ ਜ਼ਿੰਦਗੀ ਦੀ। ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਅੱਜ ਇਸ ਮਨ ਬਾਰੇ ਬਚਨ ਕਹੇ। ਕਹਿੰਦੇ, ਕੋ ਮਾਈ ਭੁਲਿਓ ਮਨ ਸਮਝਾਵੇ। ਕਹਿੰਦੇ, ਹੇ ਮਾਂ, ਕੋਈ ਐਸਾ ਗੁਰਮੁਖ ਜਨ, ਕੋਈ ਰੱਬ ਦਾ ਪਿਆਰਾ ਜਿਹੜਾ ਆਪ ਜੁੜਿਆ ਹੋਇਆ ਹੈ, ਮੇਰੇ ਇਸ ਭੁੱਲੇ ਹੋਏ ਮਨ ਨੂੰ ਸਮਝਾਵੇ, ਇਹਨੂੰ ਇਹਦੀ ਅਸਲੀਅਤ ਤੋਂ ਜਾਣੂ ਕਰਵਾ ਦੇਵੇ। ਵੇਦ ਪੁਰਾਨ ਸਾਧ ਮਗ ਸੁਨ ਕਰ। ਸਤਿਗੁਰੂ ਕਹਿੰਦੇ, ਵੇਦਾਂ ਦੀ ਪੁਰਾਣਾਂ ਦੀ ਵਿਚਾਰ ਸੁਣਦੇ ਹਾਂ ਅਸੀਂ,
ਸਾਧ ਮਗ ਸੁਣ ਕਰ। ਸਾਧੂ ਜਨਾਂ ਦੇ ਕੋਲੋਂ ਰੱਬ ਦੇ ਘਰ ਦੇ ਰਸਤੇ ਦੀ ਵੀ ਜਾਣਕਾਰੀ ਮਿਲਦੀ ਆ। ਨਿਮਖ ਨਾ ਹਰ ਗੁਣ ਗਾਵੇ। ਇਹ ਸਭ ਕੁਝ ਸੁਣਨ ਦੇ ਬਾਵਜੂਦ ਵੀ ਮਨੁੱਖ ਰੱਬੀ ਗੁਣਾਂ ਨੂੰ ਗਾ ਨਹੀਂ ਰਿਹਾ। ਇਹ ਮਨ ਹਾਜ਼ਰ ਨਹੀਂ ਹੋ ਰਿਹਾ ਗਾ। ਵੇਦ ਪੁਰਾਣ ਸਾਧ ਮਗ ਸੁਣ ਕਰ। ਇਸ ਮਨ ਨੇ ਵੇਦਾਂ ਦੀ ਪੁਰਾਣਾਂ ਦੀ ਕਥਾ ਸੁਣੀ ਆ, ਪਰ ਮਾਲਕ ਜੀ ਕਹਿੰਦੇ ਫਿਰ ਵੀ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨ ਵਿੱਚ ਇੰਟਰਸਟ ਨਹੀਂ ਹੈ ਇਹਦਾ। ਦੂਰ ਦੂਰ ਜਾ ਰਿਹਾ ਹੈ, ਦੂਰ ਦੂਰ। ਸਤਿਗੁਰੂ ਦੀ ਬਾਣੀ ਵਿੱਚ ਬੜੇ ਪਿਆਰੇ ਬਚਨ ਇਸ ਮਨ ਦੀ ਪਰਥਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਨੁਆ ਖਿੰਨ ਨਾ ਟਿਕੈ ਬਹੁ ਰੰਗੀ। ਬਹੁ ਰੰਗੀ ਮਾਇਆ ਦੇ ਵਿੱਚ ਫਸਿਆ ਹੋਇਆ ਇਹ ਜਿਹੜਾ ਮਨ ਆ, ਖਿੰਨ ਮਾਤਰ ਵੀ ਕਹਿੰਦੇ ਟਿਕਦਾ ਨਹੀਂ ਹੈ। ਦਹਿ ਦਹਿ ਦਿਸ ਚੱਲ ਚੱਲ ਜਾਵੇ। ਕਹਿੰਦੇ ਬਹੁਤ ਤੇਜ਼ੀ ਦੇ ਨਾਲ। ਦਹਿ ਦਹਿ ਚੱਲ ਚੱਲ ਹਾਂਡੇ। ਹਾਂਡੇ ਦਾ ਅਰਥ ਹੈ ਭਟਕਣਾ। ਕਹਿੰਦੇ ਦਸਾਂ ਦਿਸ਼ਾਵਾਂ ਵਿੱਚ ਬਹੁਤ ਤੇਜ਼ੀ ਦੇ ਨਾਲ ਇਸ ਮਨ ਦੀ ਭਟਕਣਾ ਹੈ। ਸ਼ਾਇਦ ਆਪ ਜੀ ਨੇ ਨੈੱਟ ਤੋਂ ਇਸ ਗੱਲ ਨੂੰ ਸੁਣਿਆ ਹੋਵੇ ਵੀ ਇੱਕ ਜਾਪਾਨ ਨੇ ਕਾਰ ਬਣਾਈ ਆ ਜਿਹੜੀ 1 ਘੰਟੇ ਦੇ ਅੰਦਰ 450 ਕਿਲੋਮੀਟਰ ਦਾ ਸਫ਼ਰ ਤੈਅ ਕਰ ਜਾਂਦੀ ਆ। ਪਰ ਜਦੋਂ ਤੁਸੀਂ ਇਸ ਮਨ ਦੀ ਸਪੀਡ ਵੇਖੋਗੇ ਨਾ ਜੀ, ਇਹ 1 ਮਿੰਟ ਦੇ ਵਿੱਚ ਕਰੋੜਾਂ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਦਾ। ਕਰੋੜਾਂ ਕਿਲੋਮੀਟਰਾਂ ਦਾ। ਬਹੁਤ ਤੇਜ਼ੀ ਹੈ ਇਸ ਮਨ ਦੀ, ਬੜੀ ਰਫ਼ਤਾਰ ਦੇ ਨਾਲ ਇਹ ਵੱਧਦਾ ਸੰਸਾਰ ਵੱਲ ਨੂੰ। ਸਤਿਗੁਰੂ ਕਹਿੰਦੇ ਇਹ ਮਨੁਆ ਖਿੰਨ ਨਾ ਟਿਕੈ ਬਹੁ ਰੰਗੀ। ਦਹਿ ਦਹਿ ਦਿਸ ਚੱਲ ਚੱਲ ਹਾਂਡੇ। ਕਹਿੰਦੇ ਗੁਰ ਪੂਰਾ ਪਾਇਆ ਵਡ ਭਾਗੀ। ਹਰ ਮੰਤਰ ਦਿਆ ਮਨ ਠੰਡੇ। ਜਦੋਂ ਵੱਡੇ ਭਾਗਾਂ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਤਾਂ ਜਾ ਕੇ ਕਹਿੰਦੇ ਜੀ ਇਹ ਜਿਹੜਾ ਮਨ ਜਦੋਂ ਗੁਰੂ ਨੇ ਨਾਮ ਦਾ ਮੰਤਰ ਜਪਣ ਵਾਸਤੇ ਦਿੱਤਾ, ਉਸ ਮੰਤਰ ਨਾਲ ਜੁੜ ਕੇ ਸ਼ਾਂਤ ਹੋਇਆ, ਟਿਕਿਆ। ਉੱਦਾਂ ਮਾਲਕ ਜੀ ਕਹਿੰਦੇ ਕੋਈ ਹੈ ਹੀ ਨਹੀਂ ਚਾਂਸ ਇਹਦੇ। ਇਹਦੀ ਕੋਈ ਬ੍ਰੇਕ ਹੀ ਨਹੀਂ ਹੈ। ਇਹਨੂੰ ਰੋਕਣ ਦੀ ਕੋਈ ਲਗਾਮ ਹੀ ਨਹੀਂ ਹੈ। ਇੱਕੋ ਹੀ ਤਰੀਕਾ, ਜਿਵੇਂ ਜਿਵੇਂ ਇਹਨੂੰ ਨਾਮ ਦੇ ਨੇੜੇ ਕੜੀ ਚੱਲੋਗੇ ਤਿਵੇਂ ਤਿਵੇਂ ਇਹਦੀ ਸਪੀਡ ਘਟਦੀ ਜਾਏਗੀ, ਇਹ ਸ਼ਾਂਤ ਹੁੰਦਾ ਜਾਏਗਾ। ਵਰਨਾ ਮਾਲਕ ਜੀ ਕਹਿੰਦੇ ਬੜੇ ਤੇਜ਼ੀ ਨਾਲ ਜਾਂਦਾ। ਤੁਸੀਂ ਅੱਜ ਇੰਗਲੈਂਡ ਤੋਂ ਆਏ ਹੋ ਨਾ ਜੀ, ਤੇ ਕੱਲ੍ਹ ਨੂੰ ਬਹਿ ਜਾਓ ਬਾਣੀ ਪੜ੍ਹਨ ਵਾਸਤੇ। ਇੱਥੇ ਬੈਠਿਆਂ ਤੁਹਾਡੇ ਮਨ ਨੇ ਅੱਧਾ ਮਿੰਟ ਨਹੀਂ ਲਾਉਣਾ, ਉਸ ਜਗ੍ਹਾ 'ਤੇ ਪਹੁੰਚ ਜਾਣਾ। ਕੱਲ੍ਹ ਇਸ ਟਾਈਮ ਮੈਂ ਉੱਥੇ ਆਹ ਕਰ ਰਿਹਾ ਸੀ। ਸੁਭਾਵਕ ਆ, ਇੰਨੀ ਤੇਜ਼ੀ ਇਸ ਮਨ ਦੀ ਆ, ਬੜੀ ਤੇਜ਼ੀ ਨਾਲ ਦੌੜ ਲਾਉਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਗੁਰਮੁਖ ਪਿਆਰਾ ਮਿਲ ਜਾਏ ਨਾ, ਮੇਰੇ ਇਸ ਮਨ ਨੂੰ ਸਮਝਾਵੇ, ਇਹਦੀ ਅਸਲੀਅਤ ਤੋਂ ਜਾਣੂ ਕਰਵਾਵੇ। ਹੁਣ ਇੱਕ ਬਚਨ ਹੋਰ ਸੁਣਿਓ। ਸਤਿਗੁਰੂ ਕਹਿੰਦੇ ਮਨ ਮਰੈ ਧਾਤ ਮਰ ਜਾਏ। ਜੇ ਤੁਸੀਂ ਇਸ ਮਨ ਨੂੰ ਮਾਇਆ ਵਾਲੇ ਪਾਸਿਓਂ ਮਾਰ ਲੈਂਦੇ ਹੋ ਨਾ, ਮਾਲਕ ਜੀ ਕਹਿੰਦੇ ਤਾਂ ਜਿਹੜੀ ਤੁਹਾਡੀ ਭਟਕਣਾ ਉਹ ਖਤਮ ਹੋਣੀ ਆ। ਮਨ ਮਰੈ ਧਾਤ ਮਰ ਜਾਏ। ਬਿਨ ਮਨ ਮੋਏ ਕੈਸੇ ਹਰ ਪਾਏ। ਜਿੰਨਾ ਚਿਰ ਤੁਸੀਂ ਇਸ ਮਨ ਨੂੰ ਜਿਉਂਦੇ ਜੀ ਬੁਰਾਈਆਂ ਵਾਲੇ ਪਾਸਿਓਂ ਨਹੀਂ ਮਾਰਦੇ, ਕਿੱਦਾਂ ਰੱਬ ਦੀ ਪ੍ਰਾਪਤੀ ਹੋਏਗੀ। ਇਹ ਕਨਸੈਪਟ ਸਮਝਣ ਦੀ ਲੋੜ ਆ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ, ਇਸ ਦੁਨੀਆ ਦੇ ਵਿੱਚ ਸਾਡੀ ਇੱਕ ਬੜੀ ਵੱਡੀ ਪ੍ਰੋਬਲਮ ਆ। ਬੰਦਾ ਮਰ ਗਿਆ, ਭਾਈ ਸਾਹਿਬ ਅਰਦਾਸ ਕਰੋ ਇਹਨੂੰ ਗੁਰੂ ਸਾਹਿਬ ਆਪਣੇ ਚਰਨਾਂ 'ਚ ਜਗ੍ਹਾ ਦੇ ਦੇਣ। ਵੇਖੋ ਸਾਡੇ ਕਹਿਣ ਦੇ ਨਾਲ ਚਰਨਾਂ 'ਚ ਜਗ੍ਹਾ ਨਹੀਂ ਮਿਲਣੀਗੀ। ਉਹ ਚਰਨਾਂ 'ਚ ਜਗ੍ਹਾ ਲੈਣ ਵਾਸਤੇ ਸਤਿਗੁਰੂ ਕਹਿੰਦੇ ਬਿਨ ਮਨ ਮੋਏ ਕੈਸੇ ਹਰ ਪਾਏ। ਸਾਰੀ ਉਮਰ ਤਾਂ ਤੇਰਾ ਮਨ ਭਟਕਦਾ ਰਿਹਾ ਸੰਸਾਰ ਵਿੱਚ, ਸਾਰੀ ਉਮਰ ਤਾਂ ਗਲਤ ਕੰਮ ਕੀਤੇ। ਹੁਣ ਤੁਸੀਂ ਕਹਿੰਦੇ ਜਿਹਨੂੰ ਚਰਨਾਂ 'ਚ ਜਗ੍ਹਾ ਦੇ ਦਿਓ। ਜਿਸ ਬੰਦੇ ਨੇ ਪੇਪਰ ਹੀ ਕਲੀਅਰ ਨਹੀਂ ਕੀਤਾ, ਉਸ ਬੰਦੇ ਦਾ ਪਾਸ ਹੋਣਾ ਕਿੱਦਾਂ ਸੰਭਵ ਆ ਜੀ। ਜਿੰਨਾ ਚਿਰ ਪੇਪਰ ਕਲੀਅਰ ਨਹੀਂ ਹੋਏਗਾ, ਉਨਾ ਚਿਰ
ਚੰਗੇ ਨੰਬਰ ਆਉਣੇ, ਇਹ ਕਿੱਦਾਂ ਹੋ ਸਕਦਾ। ਜ਼ਿੰਦਗੀ ਇੱਕ ਪੇਪਰ ਆ, ਇਹ ਕਲੀਅਰ ਕਰਨੀ ਆ। ਕਿਸੇ ਨੂੰ 80 ਸਾਲ ਮਿਲ ਗਏ ਇਹ ਜ਼ਿੰਦਗੀ ਦਾ ਪੇਪਰ ਹੱਲ ਕਰਨ ਵਾਸਤੇ, ਕਿਸੇ ਨੂੰ 10 ਸਾਲ ਮਿਲੇ ਆ, ਕੋਈ 100 ਸਾਲ ਲੈ ਕੇ ਬੈਠਾ, ਕੋਈ 150 ਸਾਲ ਤੱਕ। ਪਰ ਹੈਰਾਨੀ ਵਾਲੀ ਗੱਲ ਇਹ ਆ, ਇੱਕ ਉਹ ਪੇਪਰ ਆ ਜਿਹੜਾ 3 ਘੰਟਿਆਂ 'ਚ ਬੰਦਾ ਹੱਲ ਕਰ ਜਾਂਦਾ, ਪਰ ਜ਼ਿੰਦਗੀ ਦਾ ਪੇਪਰ ਬੰਦਾ 80 ਸਾਲ ਲਾ ਕੇ ਵੀ ਹੱਲ ਨਹੀਂ ਕਰ ਪਾਉਂਦਾ। ਮਾਲਕ ਨੇ ਕਿਹਾ ਇਸ ਜ਼ਿੰਦਗੀ ਰੂਪੀ ਪੇਪਰ ਨੂੰ ਹੱਲ ਕਰ, ਫਿਰ ਜਾ ਕੇ ਕਿਤੇ ਕਹਿੰਦੇ ਰੱਬੀ ਪ੍ਰਾਪਤੀ ਆ, ਫਿਰ ਉਹਦੇ ਚਰਨਾਂ 'ਚ ਜਗ੍ਹਾ ਮਿਲਣੀ ਆ। ਸਾਰੀ ਉਮਰ ਤਾਂ ਗਲਤ ਕੰਮ ਕਰਦਾ ਰਿਹਾ, ਇਸ ਜ਼ਿੰਦਗੀ ਰੂਪੀ ਪੇਪਰ ਨੂੰ ਹੱਲ ਕਰਨ ਵਾਲੇ ਪਾਸੇ ਧਿਆਨ ਹੀ ਨਹੀਂ ਦਿੱਤਾ, ਤੇ ਹੁਣ ਤੁਸੀਂ ਕਹਿੰਦੇ ਜਿਹਨੂੰ ਚਰਨਾਂ 'ਚ ਜਗ੍ਹਾ ਮਿਲ ਜੇ, ਕਿੱਦਾਂ ਮਿਲ ਜੂਗੀ ਜੀ? ਨਹੀਂ ਮਿਲਣੀ ਗੀ। ਸਾਹਿਬ ਜੀ ਕਹਿੰਦੇ ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੁਏ ਕੈਸੇ ਹਰ ਪਾਏ। ਕਹਿੰਦੇ ਮਨ ਮਰੈ ਦਾਰੂ ਜਾਣੇ ਕੋਈ, ਇਹ ਮਨ ਜਿਉਂਦੇ ਜੀ ਬੁਰਾਈਆਂ ਵਾਲੇ ਪਾਸਿਓਂ ਮਰ ਸਕਦਾ, ਪਰ ਇਹਨੂੰ ਮਾਰਨ ਦੀ ਦਵਾਈ ਕੋਈ ਵਿਰਲਾ ਵਿਰਲਾ ਜਾਣਦਾ, ਹਰ ਇੱਕ ਨੂੰ ਨਹੀਂ ਪਤਾ। ਮਾਲਕ ਜੀ ਤੁਸੀਂ ਦੱਸੋ ਦਵਾਈ ਕੀ ਆ? ਕਹਿੰਦੇ ਮਨ ਸ਼ਬਦ ਮਰੈ ਬੁੱਝੈ ਜਨ ਸੋਏ। ਕਹਿੰਦੇ ਇਸ ਮਨ ਨੂੰ ਜਿਉਂਦੇ ਜੀ ਬੁਰਾਈਆਂ ਵੱਲੋਂ ਮਾਰਨ ਦਾ ਇੱਕੋ ਹੀ ਤਰੀਕਾ ਸ਼ਬਦ ਨੂੰ ਪੜ੍ਹਨਾ, ਸ਼ਬਦ ਨੂੰ ਵਿਚਾਰਨਾ, ਸ਼ਬਦ ਨੂੰ ਸਮਝਣਾ, ਬਸ ਹੋਰ ਕੋਈ ਤਰੀਕਾ ਹੀ ਨਹੀਂ ਹੈ। ਜਾਂ ਸਤਿਗੁਰੂ ਕਹਿਣਗੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆ ਖੰਨਲੀ ਧੋਤੀ ਉਜਲ ਨਾ ਹੋਵੇ, ਜੇ ਸਿਉ ਧੋਵਨ ਜੇ 100 ਧੋਵਨ ਪਾ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾ। ਆਹ ਤਰੀਕਾ ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾ। ਕਹਿੰਦੇ ਗੁਰੂ ਕਿਰਪਾ ਸਦਕਾ ਜਿਉਂਦੇ ਜੀ ਇਸ ਮਨ ਨੂੰ ਮਾਰੋ ਬੁਰਾਈਆਂ ਵਾਲੇ ਪਾਸੇ, ਜਿਉਂਦੇ ਜੀ। ਜਿੱਦਣ ਮਰ ਗਿਆ ਸਮਝ ਲਿਓ ਉਦਣ ਮਾਲਕ ਜੀ ਕਹਿੰਦੇ ਫਿਰ ਉਹ ਅੰਦਰ ਦੀ ਜਿੰਨੀ ਮੈਲ ਆ ਸਾਰੀ ਲੱਥ ਜਾਣੀ ਆ। ਜਿੱਦਣ ਇਹ ਮਰ ਗਿਆ ਫਿਰ ਜਨਮ ਮਰਨ ਦੇ ਗੇੜ ਤੋਂ ਵੀ ਮੁਕਤੀ ਆ। ਕੌਮ ਦੇ ਬੜੇ ਸਤਿਕਾਰਤ ਵਿਦਵਾਨ ਹੋਏ ਆ ਪ੍ਰੋਫੈਸਰ ਪੂਰਨ ਸਿੰਘ ਜੀ, ਉਹਨਾਂ ਨੇ ਆਪਣੀ ਜੀਵਨੀ ਲਿਖੀ। ਉਹ ਕਹਿੰਦੇ ਜੀ ਇੱਕ ਗੱਲ ਯਾਦ ਰੱਖਿਓ, ਜਿੰਨੀ ਤੁਹਾਡੀ ਸੁਰ 'ਤੇ ਇਕਾਗਰ ਹੋਏਗੀ ਨਾ, ਉਹਨਾਂ ਤੁਹਾਡਾ ਮਨ ਬਾਣੀ ਵਾਲੇ ਪਾਸੇ ਜ਼ਿਆਦਾ ਝੁਕਾਅ ਕਰੇਗਾ। ਜੇ ਤੁਹਾਡੀ ਸੁਰ 'ਤੇ ਇਕਾਗਰ ਨਹੀਂ, ਤੁਹਾਡਾ ਮਨ ਬਾਣੀ ਵਾਲੇ ਪਾਸੇ ਝੁਕਾਅ ਨਹੀਂ ਕਰ ਸਕਦਾ। ਉਹਨਾਂ ਨੇ ਬੜੀ ਸੋਹਣੀ ਗੱਲ ਲਿਖੀ, ਅਕਸਰ ਵਿਦਵਾਨ ਸੱਜਣੇ ਗੱਲ ਸੁਣਾਉਂਦੇ ਆ। ਕਹਿੰਦੇ ਇੱਕ ਦਿਨ ਮੈਂ ਸਵੇਰੇ ਸਵੇਰੇ ਉੱਠਿਆ ਤੇ ਮੇਰੇ ਮਨ 'ਚ ਖਿਆਲ ਆਇਆ, ਪੂਰਨ ਸਿਆਂ ਕਿਉਂ ਨਾ ਸੁਖਮਨੀ ਸਾਹਿਬ ਦੀ ਬਾਣੀ ਕੰਠ ਕਰ ਲਈਏ। ਹੁਣ ਇੱਥੇ ਇੱਕ ਬਚਨ ਸਮਝਿਓ, ਬਾਣੀ ਦਾ ਕੰਠ ਕਰਨਾ ਬੜਾ ਜ਼ਰੂਰੀ ਆ ਸਿੱਖ ਵਾਸਤੇ। ਜੇ ਬਾਣੀ ਕੰਠ ਆ, ਟ੍ਰੇਨ 'ਚ ਬੈਠੇ ਆ, ਪਲੇਨ 'ਚ ਬੈਠੇ ਆ, ਬੱਸ 'ਚ ਬੈਠੇ ਕਿਤੇ ਸਫ਼ਰ ਕਰ ਰਹੇ ਆ, ਪਰਵਾਹ ਨਹੀਂ ਹੈ, ਆਨੰਦ ਬਣ ਜਾਏਗਾ। ਕੰਠ ਆ ਬਾਣੀ, ਪੜ੍ਹਦੇ ਚੱਲਾਂਗੇ। ਜਿੱਦਾਂ ਕਹਿੰਦੇ ਜੇਬ 'ਚ ਪੈਸਾ ਹੋਵੇ ਤੇ ਜਿੱਧਰ ਨੂੰ ਮਰਜ਼ੀ ਤੁਰ ਜਾਓ, ਕੋਈ ਪਰਵਾਹ ਨਹੀਂ। ਬਾਣੀ ਕੰਠ ਹੋਵੇ, ਜਿੱਥੇ ਮਰਜ਼ੀ ਬੈਠੇ ਹੋਵੋ ਉੱਥੇ ਚੌਂਕੜਾ ਮਾਰ ਕੇ ਪੜ੍ਹ ਲਓ। ਕੰਠ ਹੋਣੀ ਬੜੀ ਜ਼ਰੂਰੀ ਆ ਬਾਣੀ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਮੈਂ ਕਿਹਾ ਵੀ ਅੱਜ ਸੁਖਮਨੀ ਸਾਹਿਬ ਦਾ ਪਾਠ ਕੰਠ ਕਰਨਾ। ਕਹਿੰਦੇ ਮੈਂ ਗੁਟਕਾ ਸਾਹਿਬ ਲੈ ਕੇ ਬਹਿ ਗਿਆ। ਜਦੋਂ ਮੈਂ ਗੁਟਕਾ ਸਾਹਿਬ ਲੈ ਕੇ ਬੈਠਾ, ਕਹਿੰਦੇ ਮੈਂ ਕੰਠ ਕਰਨ ਦਾ ਯਤਨ ਕਰਾਂ ਤੇ ਸੁਰਤ ਖਿੰਡ ਜਾਏ, ਖੇਡ ਨਾ ਬਣੇ। ਕਹਿੰਦੇ ਮੈਂ ਆਪਣੀ ਧਰਮ ਪਤਨੀ ਜੀ ਦਾ ਨਾਂ ਸੀ ਮਾਇਆ ਦੇਵੀ, ਉਹਨੂੰ ਕਿਹਾ ਮਾਇਆ ਇਸ ਤਰ੍ਹਾਂ ਕਰੀ, ਅੱਜ ਮੇਰੇ ਵਾਸਤੇ ਰੋਟੀ ਨਹੀਂ ਬਣਾਉਣੀ, ਅੱਜ ਮੇਰੇ ਵਾਸਤੇ ਦੁੱਧ ਨਹੀਂ ਗਰਮ ਕਰਨਾ, ਅੱਜ ਮੇਰੇ ਵਾਸਤੇ ਖਾਣ ਦੀ ਕੋਈ ਚੀਜ਼ ਤਿਆਰ ਨਹੀਂ ਹੋਣੀ ਚਾਹੀਦੀ। ਕਹਿੰਦੀ ਜੀ ਕਿਉਂ? ਕਹਿੰਦੇ ਇਹ ਮਨ ਇੰਨਾ ਵੈੜਾ, ਮੈਂ ਵਾਰ-ਵਾਰ ਸੁਖਮਨੀ ਸਾਹਿਬ ਵਿੱਚ ਇਹਨੂੰ ਲਾਉਣ ਦਾ ਯਤਨ ਕਰਦਾ, ਇਹ ਵਾਰ-ਵਾਰ ਭੱਜ ਕੇ ਬਾਹਰ ਜਾਂਦਾ। ਜਿੰਨਾ ਚਿਰ ਸੁਖਮਨੀ ਸਾਹਿਬ ਦੀ ਬਾਣੀ ਮੈਨੂੰ ਕੰਠ ਨਹੀਂ ਹੋਏਗੀ, ਉਹਨਾਂ ਚਿਰ ਨਾ ਕੁਝ ਖਾਣਾ ਨਾ ਕੁਝ ਪੀਣਾ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਫਿਰ ਮੈਂ ਅਰਦਾਸ ਕੀਤੀ, ਸਤਿਗੁਰੂ ਕਿਰਪਾ ਕਰ,
तेरी किरपा तो बगैर ये कंठ नहीं होनी मैनू बाणी। तो कहते सच्चाई आ, मैं 10 घंटे सवेरे बैठा, रात नूं 10 घंटे 10 घंटिਆਂ ਵਿੱਚ मैं सुखमनी साहिब की बाणी नूं कंठ किया। कहते इस करके मैनू समझ आई जिन्नी तुहाडी सुरत एकागर होएगी बाणी उन्नी तुहाडी पकड़ च आउंदी जाएगी। जे तुहाडी सुरत एकागर नहीं, बाणी तुहाडी पकड़ तो दूर चली जाएगी। इस मन नूं एकागर करना बड़ा जरूरी। सुरत टिक गई मन टिक जाएगा, नहीं तो बड़ा औखा काम है। उलझा दिंदी आ, उलझा दिंदा है मन बंदे नूं। भाई गुरदास जी ने एक बचन कहा, कहते एक सौखा जिहा तरीका दस दिना इस मन नूं वस विच करन दा। उड़दे पंछी नूं जे तुसी कैद करना तो भाई गुरदास कहते जाल विछा लो, वो कैद हो जाएगा, फड़िया जाएगा। फिर उन्होंने पिंजरे च पा दिओ। जदों तुसी जाल ला के उस पंछी नूं फड़ लिया, पिंजरे च बंद कर दिता, फिर कहते उहदी आकाशी उडारी रुक जाएगी, फिर वो एक थां ते टिक जाएगा। फिर उन्होंने दूसरी उदाहरण दी, कहते एक हाथी जिहड़ा संघने जंगल दे विच मस्तिया फिरदा, पर जदों दे सिर दे उत्ते महावत दा अंकुश वजदा, कहते वो सारी मस्ती छड्ड के फिर टिक जांदा, फिर उहदी भज दौड़ बंद हो जाती। तीसरा बचन भाई गुरदास कहते जिद्दां एक सप जमीन विच बहुत वड्डी विंगी टेढ़ी खुड बना के उहदे च रहिंदा, पर कहते जदों सपेरा उहदी खुड कोले बह के बीन वजाउंदा, उस सप नूं खुड चों बाहर कढ लैंदा। फिर मंत्रां दे द्वारा कील के उहनूं पटारी च बंद कर लैंदा। जिहड़ा सप मर्जी नाल वेलदा सी, कदे इधर कदे उधर, कदे खुड च वड़ जांदा सी, कदे बाहर निकल आउंदा सी, कहंदे जदों फिर बीन वजा के मंत्रां नाल कील के पटारी च पा लिया, फिर इधर उधर जाना उहदा बंद हो गया। आही तरीका है। ये जिहड़ा तुहाडा मन टिक नहीं रहा, इनू टिकाउण दा इक्को ही तरीका, इनू गुरु दी मत ते गुरु दे ज्ञान दे प्रभाव थले लियाओ। जिवें जिवें ये मन गुरु दे ज्ञान दे प्रभाव थले ते गुरु दी मत दे प्रभाव थले आ जाएगा, ये मन टिकन लग पाएगा। भाई गुरदास कहते जैसे पंछी उड़त फिरत आकाश चारी, यारी डारी पिंजरी में राखियत आन कै, जैसे गजराज गहबर बन कै मदौन, वस होए महावत कै अंकुश है मान कै, जैसे बिखिया धर बिल बिखम में पताल, कहते गहे साप हेरा ताहे मंत्रन की कान कै। तो फिर अगला बचन क्या कहते तैसे त्रिभवन चंचल भरमत चंचल चित, ते भाई गुरदास कहते निश्चल होत मत सतगुर ज्ञान कै। ये जड़ा मन तिन्ना भवनां दी बहुत तेजी दे नाल कहते सफ़र कर रहा ना, इनू वस च करन दा इक्को तरीका, इनू गुरु दे ज्ञान दे थल्ले ले आओ। तो सतगुरु ने ना बाणी विच एक थां ते इस मन नूं हाथी दे नाल न्याई दिंदिया, वाहिगुरु हाथी दे नाल बराबरी दिंदिया क्या, जिद्दां हाथी नूं वस विच करन वास्ते अंकस दी जरूरत आ, इनूं भी शब्द रूपी अंकस ज्ञान रूपी अंकस दी जरूरत आ। मन कुंचर पीलक गुरु ज्ञान कुंडा, जै खिंचै तह जाए, नानक हस्ती कुंडे बाहरा फिर उजड़ पाए। अज सतगुरु जी कहंदे को माई भूलिओ मन समझावे, वेद पुराण साध मग सुनकर निमख ना हर गुण गावे। वेदां दी कथा भी सुनदा, पुराणां दी कथा भी इनू सुनाई दी आ, साधु भी मिल जांदे, वो भी रब दे घर दा रस्ता दस दिंदे, पर ये मन इन्ना अमोड़ हो गया फिर भी रब दे गुणां नू गा नहीं रहा। ते अगला बचन आया दुर्लभ दे पाए मानस की, बिरथा जन्म सरावे। मालक जी कहते मनुखा जन्म बड़ा कीमती आ, पर मन ना टिकन करके बिल्कुल व्यर्थ जा रहा, बिरथा जन्म सरावे। ते अगला बचन आया माया मोह महा संकट बन, तांस्यों रुच उपजावे। मालक जी कहते माया दा मोह जिहड़ा बड़ा वड्डा संकट है इस संसार रूपी जंगल दे अंदर मनुख वास्ते, कहते तांस्यों रुच उपजावे, मन करके कहते बंदा उहदे नाल रुचि पैदा कर रहा।
ਇਸੇ ਕਰਕੇ ਸਤਿਗੁਰੂ ਨੇ ਬਾਣੀ 'ਚ ਕਿਹਾ, ਲੱਖ 84 ਭ੍ਰਮਤਿਆਂ ਦੁਰਲਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ। ਬੜਾ ਕੀਮਤੀ ਜਨਮ ਆ। ਸਤਿਗੁਰੂ ਕਹਿੰਦੇ ਨੂੰ ਅਜਾਈ ਨਾ ਜਾਣਦੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਇਹਦੇ ਸੰਜਰੀਆ। ਆਨੰਦਪੁਰ ਸਾਹਿਬ ਦੀ ਪਾਵਨ ਧਰਤੀ, ਸਤਿਗੁਰੂ ਦਾ ਦੀਵਾਨ ਸੱਜਿਆ। ਸਿੱਖ ਕਹਿੰਦੇ, ਸੱਚੇ ਪਾਤਸ਼ਾਹ ਸੁਣਿਆ ਵੀ ਗੁਰੂ ਘਰ ਦੇ ਵਿੱਚ ਵਿਤਕਰਾ ਨਹੀਂ ਹੁੰਦਾ, ਤੁਸੀਂ ਤਾਂ ਵਿਤਕਰਾ ਕਰਦੇ ਹੋ। ਮਹਾਰਾਜ ਜੀ ਕਹਿੰਦੇ, ਭਾਈ ਅਸੀਂ ਕਿਹਦੇ ਨਾਲ ਵਿਤਕਰਾ ਕੀਤਾ? ਕਹਿੰਦੇ, ਮਹਾਰਾਜ ਕੁਝ ਸਿੱਖ ਐਸੇ ਆ ਜਿਹੜੇ ਹਰ ਸਮੇਂ ਤੁਹਾਡੇ ਕੋਲੇ ਰਹਿੰਦੇ ਆ, ਉਹਨਾਂ ਨੂੰ ਇੰਨਾ ਪਿਆਰ ਨਹੀਂ ਦਿੰਦੇ। ਆ ਭਾਈ ਜੱਗਾ ਸਿੰਘ ਕਦੇ ਕਦੇ ਆਉਂਦਾ, ਮਹਾਰਾਜ ਇਹਨੂੰ ਅਸੀਸਾਂ ਦੇ ਕੇ ਨਵਾਜ ਦਿੰਦੇ ਹੋ। ਇਹ ਵਿਤਕਰਾ ਨਹੀਂ ਤੇ ਹੋਰ ਕੀ ਆ? ਨੇੜੇ ਰਹਿਣ ਵਾਲਿਆਂ ਨੂੰ ਪਿਆਰ ਨਹੀਂ, ਜਿਹੜਾ ਕਦੇ ਕਦੇ ਆਉਂਦਾ ਮਹਾਰਾਜ ਜੀ ਉਹਦੇ ਤੇ ਇੰਨਾ ਹੀ ਭਿੱਜ ਜਾਂਦੇ ਹੋ। ਸਤਿਗੁਰੂ ਕਹਿੰਦੇ ਅਸਲ ਵਿੱਚ ਵਿਤਕਰਾ ਨਹੀਂ, ਖੇਡ ਕੋਈ ਹੋਰ ਆ। ਕਹਿੰਦੇ ਮਹਾਰਾਜ ਫਿਰ ਸਾਨੂੰ ਵੀ ਸਮਝਾਓ। ਕਹਿੰਦੇ 2 ਘੜੇ ਪਾਣੀ ਦੇ ਭਰ ਲਿਆ, ਭਰ ਲਏ। ਕਹਿੰਦੇ ਮਹਾਰਾਜ ਹੁਣ ਕੀ ਹੁਕਮ ਆ? ਕਹਿੰਦੇ ਇੱਕ ਵਿੱਚ ਆ ਪੱਥਰ ਰੱਖ ਦਿਓ, ਇੱਕ 'ਚ ਪਤਾਸਾ ਰੱਖ ਦਿਓ। ਕਹਿੰਦੇ ਸਤਿਗੁਰੂ ਹੁਣ ਕੀ ਹੁਕਮ? ਕਹਿੰਦੇ ਕੁਝ ਸਮਾਂ ਠਹਿਰ ਜਾਓ। ਮਹਾਰਾਜ ਉਹਨਾਂ ਨਾਲ ਬਚਨ ਬਲਾਸ ਕਰਦੇ ਰਹੇ। ਕੁਝ ਮਿੰਟ ਲੰਘੇ, ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਰੋ, ਪਤਾਸਾ ਵੀ ਕੱਢ ਲਿਆਓ ਤੇ ਪੱਥਰ ਵੀ ਕੱਢ ਲਿਆਓ। ਹੁਣ ਪੱਥਰ ਤਾਂ ਕੱਢ ਲਿਆਂਦਾ, ਪਤਾਸਾ ਘੁਲ ਗਿਆ। ਉਹ ਜਿਹੜਾ ਸਿੱਖ ਪੱਥਰ ਲੈ ਕੇ ਆਇਆ, ਮਹਾਰਾਜ ਜੀ ਕਹਿੰਦੇ ਤੈਨੂੰ ਕਿਹਾ ਸੀ ਪਤਾਸਾ ਵੀ ਲੈ ਕੇ ਆਉਣਾ, ਉਹ ਨਹੀਂ ਲਿਆਇਆ। ਕਹਿੰਦਾ ਮਹਾਰਾਜ ਉਹ ਤਾਂ ਘੁਲ ਗਿਆ। ਕਹਿੰਦੇ ਇਹ ਤੁਹਾਡੇ ਸਵਾਲ ਦਾ ਜਵਾਬ ਆ। ਸਤਿਗੁਰੂ ਕਹਿੰਦੇ ਉਹ ਜਿਹੜੇ ਨਿਕਟ ਰਹਿ ਰਹੇ ਨਾ, ਨਿਕਟ, ਉਹ ਨਿਕਟ ਰਹਿ ਕੇ ਵੀ ਪਾਣੀ ਵਿੱਚ ਪਏ ਪੱਥਰ ਵਰਗੇ ਆ। ਉਹ ਤਨ ਕਰਕੇ ਸਾਡੇ ਕੋਲ ਆ, ਮਨ ਕਰਕੇ ਸਾਡੇ ਤੋਂ ਦੂਰ ਦੂਰ ਹੀ ਰਹਿੰਦੇ ਆ। ਭਾਈ ਜੱਗਾ ਸਿੰਘ ਆਉਂਦਾ ਭਾਵੇਂ ਕਦੇ ਕਦੇ ਆ, ਪਰ ਜਦੋਂ ਆਉਂਦਾ ਇਹ ਮਨ ਕਰਕੇ ਸਾਡੇ ਕੋਲੇ ਆਉਂਦਾ, ਮਨ ਕਰਕੇ। ਸਤਿਗੁਰੂ ਕਹਿੰਦੇ ਜਿਹੜੇ ਤਾਂ ਪੱਥਰ ਦੀ ਨਿਆਈ ਆ ਨਾ, ਤਨ ਕਰਕੇ ਸਾਡੇ ਕੋਲੇ ਰਹਿੰਦੇ ਆ, ਉਹਨਾਂ ਤੋਂ ਅਸੀਂ ਆਪਣੇ ਆਪ ਨੂੰ ਦੂਰ ਹੀ ਰੱਖਦੇ ਹਾਂ। ਪਰ ਜਿਹੜਾ ਸਾਡੇ ਕੋਲੇ ਆਇਆ, ਮਨ ਕਰਕੇ ਬਹਿ ਗਿਆ, ਮਨ ਕਰਕੇ ਸਾਡੇ ਕੋਲੇ ਬੈਠਾ, ਸਾਡੀ ਗੱਲ ਉਹਨੇ ਹਾਜ਼ਰ ਹੋ ਕੇ ਸੁਣੀ। ਭਾਈ ਜੱਗਾ ਜੀ ਸਿੰਘ ਉਹਨਾਂ ਸਿੱਖਾਂ ਵਿੱਚੋਂ ਆ। ਇਸ ਕਰਕੇ ਮਾਲਕ ਜੀ ਕਹਿੰਦੇ ਸਮਰਪਣ ਆ ਸਾਨੂੰ ਇਹ, ਤੇ ਜਿਹੜਾ ਸਾਨੂੰ ਸਮਰਪਣ ਹੋ ਜਾਏ ਅਸੀਂ ਫਿਰ ਉਹਨੂੰ ਸਮਰਪਣ ਹੋ ਜਾਂਦੇ। ਹਰ ਰੋਜ਼ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਅਸੀਂ ਬਾਣੀ ਪੜਾਂਗੇ, ਨਾਲ ਦੀ ਨਾਲ ਹੀ ਸੁਚੇਤ ਕਰ ਦਿੰਦੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਸਤਿਗੁਰੂ ਕਹਿਣਗੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ। ਇੱਥੋਂ ਖੇਡ ਆਰੰਭ ਹੋਣੀ ਆ। ਉਹ ਖੇਡ ਤੋਂ ਅਸੀਂ ਹਲੇ ਦੂਰ ਖੜੇ ਆ। ਅੱਜ ਸਤਿਗੁਰੂ ਜੀ ਨੇ ਕਿਹਾ, ਦੁਰਲਭ ਦੇ ਪਾਏ ਮਾਨਸ ਕੀ, ਬਿਰਥਾ ਜਨਮ ਸਰਾਵੈ, ਮਹਾ ਮੋਹ ਮਹਾ ਸੰਕਟ ਮਾਇਆ ਮੋਹ ਮਹਾ ਸੰਕਟ ਬਨ, ਤਾਂ ਸਿਓ ਰੁਚ ਉਪਜਾਵੇ। ਤੇ ਫਿਰ ਅਗਲਾ ਬਚਨ ਕਿਹਾ, ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਂ ਸਿਓ ਨੇਹ ਨਾ ਲਗਾਵੇ। ਅੰਦਰ ਬਾਹਰ ਸੋ ਅੰਤਰ, ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, 4 ਕੁੰਟ ਦਾ ਦਿਸੈ ਸਮਾਹੇ, ਤਿਸਤੇ ਭਿੰਨ ਨਹੀਂ ਕੋ ਠਾਉ, ਗੁਰ ਪ੍ਰਸਾਦ ਨਾਨਕ ਸੁਖ। ਮਾਲਕ ਜੀ ਕਹਿੰਦੇ ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਂ ਸਿਓ ਨੇ ਨਾ ਲਾਵੇ। ਉਹ ਪਰਮਾਤਮਾ ਤੇਰੇ ਅੰਦਰ ਵੀ ਆ, ਉਹ ਪਰਮਾਤਮਾ ਬਾਹਰ ਵੀ ਆ। ਤੇਰੇ ਅੰਦਰ ਵੀ ਉਹੀ ਬੈਠਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਤੇ ਸਤਿਗੁਰੂ ਕਹਿੰਦੇ ਤਾਂ ਸਿਓ ਨੇਹ ਨਾ ਲਾਵੇ, ਉਹਦੇ ਨਾਲ ਤੇਰਾ ਨੇਹ ਹੀ ਨਹੀਂ ਹੈ।
ਤੇ ਅਗਲਾ ਬਚਨ ਕਿਹਾ, ਨਾਨਕ ਮੁਕਤ ਤਾਹੇ ਤੁਮ ਮਾਨੋ, ਜੇ ਘਟ ਰਾਮ ਸਮਾਵੇ। ਮਾਲਕ ਜੀ ਕਹਿੰਦੇ ਉਹੀ ਜਿਉਂਦੇ ਜੀ ਮਨ ਕਰਕੇ ਬੁਰਾਈਆਂ ਤੋਂ ਮੁਕਤ ਹੋਣਗੇ। ਕਹਿੰਦੇ ਜੇ ਘਟ ਰਾਮ ਸਮਾਵੇ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਜਿਨ੍ਹਾਂ ਨੇ ਜਿਉਂਦੇ ਜੀ ਮਨ ਨਾਲ ਤੇ ਮਨ ਦਾ ਰੱਬੀ ਸਿਮਰਨ ਦੇ ਨਾਲ ਗੁਰੂ ਦੇ ਸ਼ਬਦ ਨਾਲ ਤਾਲਮੇਲ ਬਣਾ ਲਿਆ, ਉਹੀ ਮੁਕਤ ਆ। ਇਹਨੂੰ ਬਾਬਾ ਜੀ ਕਹਿਣਗੇ ਕਬੀਰ ਹੈ ਕੋ ਲੜਕਾ ਵੇਚੇ, ਹੈ ਕੋਈ ਲੜਕਾ ਵੇਚੀ, ਲੜਕੀ ਵੇਚੈ ਕੋਏ, ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਣਜ ਕਰੇ। ਕਹਿੰਦੇ ਹੈਗਾ ਕੋਈ ਜਿਹੜਾ ਆਪਦੇ ਲੜਕਿਆਂ ਨੂੰ ਵੀ ਵੇਚਦੇ, ਲੜਕੀਆਂ ਨੂੰ ਵੀ ਵੇਚਦੇ। ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸਾ, ਤ੍ਰਿਸ਼ਨਾ, ਇਹ ਲੜਕੀਆਂ ਨੇ। ਹੈਗਾ ਕੋਈ ਕਹਿੰਦੇ ਇਦਾਂ ਦਾ ਜਿਹੜਾ ਇਹਨਾਂ ਨੂੰ ਗੁਲਾਮ ਬਣਾ ਲਵੇ ਆਪਣਾ? ਜਿੰਨੇ ਬਣਾ ਲਿਆ ਕਹਿੰਦੇ ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਣਜ ਕਰੇ। ਜਦੋਂ ਮਰਜੀ ਆਣ ਕੇ ਮੇਰੇ ਘਰ ਦਾ ਦਰਵਾਜ਼ਾ ਖੜਕਾਵੇ, ਕਬੀਰ ਉਹਦੇ ਨਾਲ ਬਹਿ ਕੇ ਉਹਦੇ ਨਾਲ ਸੁਰਤ ਜੋੜ ਕੇ ਚੌਂਕੜਾ ਮਾਰ ਕੇ ਬੈਠੇਗਾ। ਰੱਬੀ ਨਾਮ ਦਾ ਵਪਾਰ ਉਹਦੇ ਨਾਲ ਮਿਲ ਕੇ ਕਰੋ। ਇਹੀ ਕੰਮ ਔਖਾ। ਕਹਿੰਦੇ ਇਹਨੂੰ ਵਸ 'ਚ ਕਰੋ ਇਹਨਾਂ ਨੂੰ। ਤੇ ਮਾਲਕ ਜੀ ਨੇ ਕਿਹਾ, ਨਾਨਕ ਮੁਕਤ ਤਾਹੇ ਤੁਮ ਮਾਨੋ, ਜੇ ਘਟ ਰਾਮ ਸਮਾਵੇ। ਸਤਿਗੁਰੂ ਕਿਰਪਾ ਕਰਨ, ਪਾਵਨ ਸ਼ਬਦ ਦੀ ਵਿਚਾਰ ਸਾਡੇ ਜੀਵਨ ਦੇ ਨਾਲ ਜੁੜ ਜਾਏ, ਤਾਂ ਜੋ ਸਾਡਾ ਵੀ ਜੀਵਨ ਸਫਲ ਜੀਵਨ ਹੋ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।